ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ 100 ਸਾਖੀ ਦੇ ਵਿੱਚੋਂ ਜਿਹੜੀ ਸਭ ਤੋਂ ਪੁਰਾਤਨ ਲਿਖਤੀ ਖਰੜੇ ਦੇ ਅਨੁਸਾਰ ਤਿਆਰ ਕੀਤੀ ਗਈ ਹੈ, ਉਹ 100 ਸਾਖੀ ਦੇ ਵਿੱਚੋਂ ਕਥਾ ਵਿਚਾਰ ਸਰਵਣ ਕਰਾਂਗੇ। ਕਈ ਵਾਰ ਕੁਝ ਸਵਾਲ ਸਾਡੇ ਮਨਾਂ ਵਿੱਚ ਹੁੰਦੇ ਆ, ਅਕਾਲ ਮ੍ਰਿਤ ਕਿਹਨੂੰ ਕਹਿੰਦੇ ਆ? ਜਦੋਂ ਸਿੱਖਾਂ ਨੇ ਪੁੱਛਿਆ ਸੀਗਾ ਕਿ ਅਸਲ ਜਿਹੜੀ ਮੌਤ ਆ, ਮੌਤ ਤੋਂ ਬਾਅਦ ਕੀ ਕਰਨਾ ਚਾਹੀਦਾ, ਜਦੋਂ ਪ੍ਰਾਣੀ ਕੋਈ ਚੜ੍ਹਾਈ ਕਰ ਜੇ, ਕੀ ਕਰੀਏ ਤੇ ਕੀ ਨਾ ਕਰੀਏ, ਕੀ ਕਰਨ ਦਾ ਕੀ ਫਲ ਆ, ਤਾਂ ਉਹਦੇ ਬਾਰੇ ਮਹਾਰਾਜ ਜੀ ਨੇ ਜਵਾਬ ਦਿੱਤੇ ਸੀਗੇ। ਉਹ 100 ਸਾਖੀ ਦੇ ਵਿੱਚ ਲਿਖਿਆ ਹੋਇਆ। ਆਓ ਆਪਾਂ ਹੁਣੇ ਜਾਣਨਾ ਕਰੀਏ ਮ੍ਰਿਤਕ ਸੰਸਕਾਰ ਦੀ ਮਰਿਆਦਾ ਕੀ ਆ। ਸਤਿਗੁਰੂ ਕਰਨਾ ਨਿਧਾਨ ਦੀਨ ਦਿਆਲ ਸਤਿਗੁਰੂ ਜੀ, ਉਹਨਾਂ ਨੇ ਦੀਵਾਨ ਸਜਾਇਆ। ਦੀਵਾਨ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਸੰਗਤਾਂ ਆਈਆਂ, ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਕਿਰਪਾ ਦੇ ਦਾਤੇ, ਅਸਾਂ ਤਾਈਂ ਸਮਝਾਵੋ ਜੀ, ਅਕਾਲ ਮ੍ਰਿਤ ਕਿਸ ਨੂੰ ਆਖਦੇ ਹਨ ਜੀ। ਮਹਾਰਾਜ ਕਹਿਣ ਲੱਗੇ, ਭਾਈ ਦੇਖੋ, ਜੇ ਕੋਈ ਬੰਦਾ, ਕੋਈ ਵੀ ਇਨਸਾਨ, ਕਿਉਂਕਿ ਮੌਤ ਕਈ ਕਾਰਨ ਬਣਾ ਲੈਂਦੀ ਹੈ ਨਾ ਮਾਰਨ ਦੇ, ਮੌਤ ਦਾ ਇੱਕ ਕਾਰਨ ਥੋੜ੍ਹੀ ਹੈ, ਇੱਕ ਬਹਾਨਾ ਥੋੜ੍ਹੀ ਹੈ, ਬਹਾਨਾ ਹੀ ਬਣਨਾ ਹੁੰਦਾ। ਨਾਲੇ ਸੱਪ ਲੜੇ ਤੇ ਕੋਈ ਮਰ ਜੇ, ਪਾਣੀ 'ਚ ਡੁੱਬ ਕੇ ਵੀ ਕਈਆਂ ਦੀ ਮੌਤ ਹੋ ਜਾਂਦੀ ਆ, ਪਾਣੀ 'ਚ ਡੁੱਬ ਕੇ ਕੋਈ ਮਰ ਜੇ, ਕੋਈ ਜ਼ਹਿਰੀਲਾ ਨਾਗ ਬੰਦੇ ਦੇ ਆ ਕੇ ਲੜ ਜੇ, ਫਨੀਅਰ ਸੱਪ, ਤੇ ਡੰਗਰ ਕੋਈ ਆ ਕੇ ਟੱਕਰ ਮਾਰ ਦੇਵੇ। ਕਈ ਵਾਰ ਹੁਣ ਰੋਡ 'ਤੇ ਬਹੁਤੇ ਲੋਕ ਜਿਹੜੇ ਐਕਸੀਡੈਂਟਾਂ ਨਾਲ ਦੇਖਿਓ ਤੁਸੀਂ, ਉਹ ਗਊਆਂ ਢੱਠੇ ਕਾਰਨ ਬਣੀ ਜਾਂਦੇ ਆ। ਉਹ ਸੜਕਾਂ 'ਤੇ ਆਮ ਹੀ ਫਿਰਦੇ ਆ, ਕੋਈ ਗਿਣਤੀ ਥੋੜ੍ਹੀ ਇਹਨਾਂ ਦੀ, ਮੱਖੀਆਂ ਵਾਂਗ ਫਿਰਦੇ ਆ। ਮੋਟਰਸਾਈਕਲ ਦੇ ਵਿੱਚ ਰਾਤ ਨੂੰ ਨਜ਼ਰ ਨਹੀਂ ਆਉਂਦੇ, ਵੱਜਦੇ ਆ ਅਤੇ ਮੌਤ ਹੋ ਜਾਂਦੀ ਆ। ਗੱਡੀਆਂ ਦਾ ਨੁਕਸਾਨ ਵੀ ਕਰ ਦਿੰਦੇ ਆ। ਕੋਈ ਡੰਗਰ ਜਿਹੜਾ ਹੈ ਤੇ ਉਹ ਇਹਨਾਂ ਨੂੰ, ਇਨਸਾਨ ਨੂੰ ਮਾਰ ਦੇਵੇ ਤੇ ਇੱਦਾਂ ਬੰਦਾ ਮਰ ਜੇ। ਕਈ ਅੱਗ ਦੇ ਵਿੱਚ ਕੋਈ ਝੁਲਸ ਜਾਂਦੇ ਆ, ਗੈਸ ਲੀਕ ਹੋ ਜਾਂਦੀ ਆ, ਅੱਗ ਲੱਗ ਜਾਂਦੀ ਆ। ਕਿ ਜ਼ਹਿਰ ਖਾ ਕੇ ਕੋਈ ਆਤਮ ਹੱਤਿਆ ਕਰ ਲਵੇ। ਘਰ ਦੇ ਵਿੱਚ ਕੋਈ ਕਲੇਸ਼ ਹੋ ਗਿਆ, ਘਰੇ ਬੰਦਾ ਲੜ ਪਿਆ, ਫਿਰ ਬੰਦਾ ਗੁੱਸੇ ਹੋ ਜਾਂਦਾ, ਕ੍ਰੋਧ 'ਚ ਆ ਜਾਂਦਾ, ਜ਼ਹਿਰ ਖਾ ਲੈਂਦਾ ਅਤੇ ਫਿਰ ਫਾਹਾ ਵੀ ਲੈ ਲੈਂਦੇ ਆ। ਕਈ ਮਰਨ ਦਾ ਬਹਾਨਿਆਂ ਦਾ ਇੱਕ ਤਰੀਕਾ ਥੋੜ੍ਹੀ ਹੈ। ਕਈ ਪੱਖੇ ਨਾਲ ਲਮਕ ਕੇ, ਦਰਖਤ ਨਾਲ ਲਮਕ ਕੇ ਕਰਜ਼ਾ ਲੈ ਲੈਂਦੇ ਆ, ਉਤਰਦਾ ਨਹੀਂ, ਘਰ ਵਿੱਚ ਕਲੇਸ਼ ਹੋ ਜਾਂਦਾ, ਫਾਹਾ ਲੈ ਕੇ ਮੌਤ ਹੋ ਜਾਂਦੀ ਆ। ਕਈ ਇਸਤਰੀਆਂ ਦੇ ਹੱਥੋਂ ਮਾਰੇ ਜਾਂਦੇ ਆ। ਕਈ ਬੀਬੀਆਂ ਤਾਂ ਮਹਾਰਾਜ ਨੇ ਉਹ ਚਰਿੱਤਰ ਲਿਖੇ ਸੀ ਨਾ ਔਰਤਾਂ ਦੇ, ਭਰਮਾ ਕੇ ਸੈਮਸਨ ਵਰਗਿਆਂ ਨੂੰ, ਅਤੇ ਉਹਨਾਂ ਨਾਲ ਦਗਾ ਕਰਦੀਆਂ, ਉਹਨਾਂ ਦਾ ਅੰਤ ਵੀ ਕਰਵਾ ਦਿੰਦੀਆਂ। ਇਸਤਰੀਆਂ ਦੇ ਹੱਥੋਂ ਬੰਦਾ ਮਰੇ, ਅਤੇ ਚਾਹੇ ਮੰਜੀ 'ਤੇ ਮਰ ਜਾਵੇ, ਚਾਹੇ ਤੇ ਕੋਠੇ ਪਰ ਚੜ੍ਹਾਈ ਕਰ ਜਾਵੇ, ਕਿਸੇ ਤਰੀਕੇ ਨਾਲ ਵੀ ਮਰ ਜਾਵੇ। ਪਾਤਸ਼ਾਹ ਜੀ ਕਹਿੰਦੇ, ਸਿੱਖੋ, ਮੌਤ ਦਾ ਕੋਈ ਵੀ ਕਾਰਨ ਬਣ ਜਾਵੇ ਤਾਂ ਉਦੋਂ ਤੁਸੀਂ ਫਿਰ ਇਹਨਾਂ ਜਿਹੜੇ ਬਚਨ ਕੀਤਾ ਮਹਾਰਾਜ ਨੇ, ਇਹਨਾਂ ਦੇ ਨਿਮਿਤ ਭਾਈ 5 ਪਾਠ ਜਪਜੀ ਸਾਹਿਬ ਦੇ ਕਰਨੇ, 5 ਪਾਠ। ਸੋ ਇਹਨਾਂ ਮ੍ਰਿਤਕ ਵਾਲਿਆਂ ਦਾ ਕਲਿਆਣ ਹੋਊਗਾ। ਇਹ ਜਿਹੜੇ ਮਰਨਗੇ ਇਸ ਤਰ੍ਹਾਂ ਆਤਮ ਘਾਤ ਕਰਕੇ ਮਰਨਗੇ, ਜ਼ਹਿਰ ਖਾ ਕੇ, ਫਾਹਾ ਲੈ ਕੇ, 5 ਪਾਠ ਇਹਨਾਂ ਦੇ ਨਿਮਿਤ ਜਪਜੀ ਸਾਹਿਬ ਦੇ ਕਰਨੇ ਆ। ਇਹ ਇਹਨਾਂ ਦੀ ਰੂਹ ਤੱਕ ਪਹੁੰਚ ਜਾਣਗੇ, ਇਹਨਾਂ ਦਾ ਕਲਿਆਣ ਹੋਊਗਾ। ਅਤੇ ਵਾਹਿਗੁਰੂ ਦਾ ਜਕਾਰਾ ਬੋਲ ਕੇ ਸੰਸਕਾਰ ਕਰਿਓ, ਸ਼੍ਰੀ ਵਾਹਿਗੁਰੂ ਜੀ ਕੇ ਅੱਗੇ ਅਰਦਾਸ ਕਰਕੇ, ਕਿਉਂਕਿ ਚਿਖਾ ਚਿਣਦੇ ਸਮੇਂ ਵੀ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਚਾਹੀਦਾ। ਆਪਣੇ ਲੋਕ ਗੱਲਾਂ ਕਰੀ ਜਾਂਦੇ ਹੁੰਦੇ ਆ ਜਦੋਂ ਚਿਖਾ ਚਿਣਦੇ ਆ, ਉਹ ਫੜਾਈ, ਆਹ ਫੜਾਈ, ਇਸ ਤਰ੍ਹਾਂ ਭਾਵ ਉਹ ਤਾਂ ਭਾਈ 2-3 ਬੰਦਿਆਂ ਨੇ ਕਰ ਹੀ ਦੇਣਾ ਹੁੰਦਾ, ਵਿੱਚ ਕਈ ਜਾ ਕੇ ਉਹਨਾਂ ਨੂੰ ਹੋਰ ਭਰਮਾ ਲੈਂਦੇ ਆ। ਇਸ ਕਰਕੇ ਉਦੋਂ ਸਾਰੇ ਨੂੰ ਬਾਣੀ ਪੜ੍ਹਨੀ ਚਾਹੀਦੀ ਆ, ਨਾ ਕਿ ਗੱਲਾਂ ਕਰਨੀਆਂ ਚਾਹੀਦੀਆਂ। ਦੇਖੋ ਉਹ ਸਮਾਂ ਕਿਹੋ ਜਿਹਾ ਹੁੰਦਾ, ਚਿਖਾ ਚਿਣਦੇ ਸਮੇਂ ਬਾਣੀ ਪੜ੍ਹਨੀ ਚਾਹੀਦੀ ਆ, ਨਾ ਕਿ ਗੱਲਾਂ ਕਰਨੀਆਂ ਚਾਹੀਦੀਆਂ। ਫਿਰ ਸਿੱਖਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਿੱਖ ਸਿੱਖਣੀ ਜਿਹੜੇ ਆ
ਉਹਨਾਂ ਦਾ ਕਕਾਰਾਂ ਸਹਿਤ ਸੰਸਕਾਰ ਹੀ ਕਰਨਾ ਚਾਹੀਦਾ, ਭਾਵੇਂ ਕਿਸੇ ਤਰ੍ਹਾਂ ਵੀ ਉਹ ਮਰੇ, ਕਿਸੇ ਤਰ੍ਹਾਂ ਵੀ ਉਹਦੀ ਮੌਤ ਹੋ ਜੇ। ਤਾਂ ਮਹਾਰਾਜ ਕਹਿੰਦੇ ਬਿਲਕੁਲ ਜੀ, ਸਾਰੇ ਕਕਾਰ ਪੂਰੇ ਕਰਕੇ ਜੇ ਅੰਮ੍ਰਿਤਧਾਰੀ ਆ ਫਿਰ ਉਹਦਾ ਸੰਸਕਾਰ ਕਰਨਾ ਚਾਹੀਦਾ। ਇਹ ਜਿਹੜੀ ਮਰਿਆਦਾ ਹੈ ਉਦੋਂ ਬਾਅਦ ਅੰਗੀਠਾ ਸੰਭਾਲਣ ਦੀ ਆ, ਸੰਸਕਾਰ ਤੋਂ ਬਾਅਦ। ਮਹਾਰਾਜ ਜੀ ਨੇ ਕਿਹਾ ਕਿ ਦੇਖੋ ਭਾਈ, ਜਦੋਂ ਆਪਾਂ ਕਕਾਰਾਂ ਦੇ ਸਹਿਤ ਸੰਸਕਾਰ ਕਰਦੇ ਆ ਨਾ ਪ੍ਰਾਣੀ ਦਾ, ਜਮਦੂਤ ਫਿਰ ਰੂਹ ਨੂੰ ਬਹੁਤਾ ਤੰਗ ਨਹੀਂ ਕਰਦੇ। ਤੇ ਜੇ ਆਪਾਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਦੇ ਆ, ਸੋਹਿਲੇ ਜੀ ਦਾ ਪਾਠ ਪੜ੍ਹਦੇ ਆ, ਕੀਰਤਨ ਸੋਹਿਲਾ ਦੀ ਬਾਣੀ ਸਿਵਿਆਂ ਦੇ ਵਿੱਚ ਪੜ੍ਹੀ ਜਾਂਦੀ ਆ ਵਿਛੜੀ ਰੂਹ ਦੇ ਨਿਮਿੱਤ, ਉੱਥੇ ਸੋਹਿਲਾ ਜੀ ਦਾ ਪਾਠ ਕਰਦੇ ਆ, ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੇ ਆ। ਇਹਦੇ ਨਾਲ ਵੀ ਆਤਮਾ ਜਿਹੜੀ ਆ ਮਰੀ ਹੋਈ ਪ੍ਰਾਣੀ ਆ ਉਹਨੂੰ ਸੁੱਖ ਮਿਲਦਾ, ਉਹਦੀ ਗਤੀ ਹੁੰਦੀ ਆ। ਸਿੱਖਾਂ ਨੇ ਪੁੱਛਿਆ ਫਿਰ ਮਹਾਰਾਜ, ਸਾਡੇ ਹੋਰ ਵੀ ਬੜੇ ਸਾਰੇ ਕੁਝ ਪੁਰਾਤਨ ਵਹਿਮ ਭਰਮ ਲੋਕਾਂ ਦੇ ਜੁੜੇ ਹੋਏ ਆ, ਅਸਤ ਚੁਗਣੇ, ਜਿਵੇਂ ਕਿ ਚੁਗ ਚੁਗ ਕੇ ਵਿੱਚੋਂ ਫੁੱਲਾਂ ਨੂੰ, ਜਿਹਨੂੰ ਆਪਾਂ ਕਹਿੰਦੇ ਆ ਫੁੱਲ ਚੁਗਣੇ। ਦੇਖੋ ਮਹਾਰਾਜ ਜੀ ਕਹਿੰਦੇ ਅੰਗੀਠਾ ਸੰਭਾਲਣਾ ਚਾਹੀਏ, ਨਾ ਕਿ ਫੁੱਲ ਚੁਗਣੇ ਚਾਹੀਦੇ ਆ, ਅਸਤ ਨਹੀਂ ਚੁਗਣੇ ਚਾਹੀਦੇ। ਵੱਖਰੇ ਅਸਤ ਕਰਕੇ, ਰਾਖ ਵੱਖਰੀ ਕਰਕੇ ਨਹੀਂ, ਸਾਰਿਆਂ ਨੂੰ ਇਕੱਠਾ ਕਰਕੇ ਪਾਣੀ ਵਿੱਚ ਪਾ ਦੇਣਾ ਉਚਿਤ ਆ। ਇਹ ਮਰਿਆਦਾ ਸੀਗੀ ਸਾਡੀ। ਪਰ ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਆ, ਕਈ ਲੋਕ ਦਿਨਾਂ ਦੀ ਵਿਚਾਰ ਵੀ ਸਤਿਗੁਰੂ ਜੀ ਕਰਦੇ ਆ, ਕਹਿੰਦੇ ਨੇ ਸੋਮਵਾਰ ਨਹੀਂ ਆ ਕੰਮ ਕਰਨਾ, ਮੰਗਲਵਾਰ ਨਹੀਂ ਕਰਨਾ, ਇਸ ਤਰ੍ਹਾਂ ਭਾਵ ਦਿਨਾਂ ਦੀ ਸ਼ਨੀਵਾਰ ਆ ਨਹੀਂ ਕਰਨਾ, ਫੁੱਲ ਨਹੀਂ ਚੁਗਣੇ, ਭੋਗੇ ਦਿਨ ਨਹੀਂ ਪਾਉਣਾ। ਇਹਨਾਂ ਦਾ ਕੀ ਕੀਤਾ ਜਾਵੇ? ਤਾਂ ਗੁਰੂ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਦੋਂ ਅੰਮ੍ਰਿਤ ਹੀ ਛਕ ਲਿਆ, ਜਦੋਂ ਆਪਾਂ ਅੰਮ੍ਰਿਤ ਹੀ ਛਕ ਲਿਆ, ਸਤਨਾਮ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਗਾਤਰਾ ਪਹਿਨ ਲਿਆ, 5 ਕੱਕੇ ਧਾਰਨ ਕਰ ਲਏ, ਫਿਰ ਆ ਮਹੂਰਤਾਂ ਦਾ ਕੀ ਰਹਿ ਜਾਂਦਾ ਪਿੱਛੇ? ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਆ ਦਿਨ ਵਿਚਾਰਾਂ, ਇਹ ਸ਼ੁਭ ਅਸ਼ੁਭ ਮਹੂਰਤ, ਇਹ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਦੇ ਵਿੱਚ ਹੀ ਵਰਤਦੇ ਆ। ਤੁਸੀਂ ਜਿਹੜਾ ਵੀ ਕਾਰਜ ਕਰਨਾ, ਅਰਦਾਸ ਕਰੋ, ਦਿਨ ਨਾ ਵੇਖੋ ਵੀ ਮੰਗਲਵਾਰ ਆ ਬੁੱਧਵਾਰ ਆ, ਬਸ ਕਰ ਦਿਓ ਪੂਰਾ। ਫਤਿਹ ਬੁਲਾਓ ਗੁਰੂ ਦੀ, ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਸਾਰੇ ਮਨੋਰਥ ਤੁਹਾਡੇ ਪੂਰੇ ਹੋਣਗੇ। ਮਨਾਂ ਦੇ ਭਰਮਾਂ ਨੂੰ ਮਹਾਰਾਜ ਕਹਿੰਦੇ ਭਾਈ ਪਹਿਲਾਂ ਤਿਆਗਣਾ ਪੈਣਾ। ਖਾਲਸਾ ਜੀ, ਜ਼ਮੀਨ ਕਦੇ ਸੌਂਦੀ ਨਹੀਂ, ਮਹਾਰਾਜ ਦੇ ਬਚਨ ਆ। ਜੇਕਰ ਸੌਂ ਜਾਵੇ ਫਿਰ ਸਾਰੇ ਅੰਨ ਦਰਖਤ ਸਾਰੀ ਜ਼ਮੀਨ ਤੋਂ ਸੁੱਕ ਜਾਣ। ਫਿਰ ਸੰਗਤਾਂ ਨੇ ਅਰਜ਼ ਕੀਤੀ, ਮਹਾਰਾਜ ਸਤ ਸੰਗਤ ਕਰਨੀ ਚਾਹੀਦੀ ਆ। ਅਸਾਂ ਸਿੱਖਾਂ ਤੋਂ ਕਥਾ ਸੁਣੀ ਆ, ਪਰ ਬ੍ਰਾਹਮਣ ਕਹੀ ਜਾਂਦੇ ਆ ਜੇ ਕੋਈ ਸ਼ੂਦਰ ਦੇ ਮੁਖ ਦੁਆਰਾ ਕਥਾ ਸੁਣੇਗਾ, ਉਹਦੇ ਕੰਨਾਂ ਵਿਖੇ ਜਮਰਾਜਾ ਸਿੱਕਾ ਢਾਲ ਕੇ ਪਾਇਆ ਜਾਊਗਾ। ਇਹ ਇਦਾਂ ਕਿਉਂ ਕਰਦੇ ਆ? ਇਹ ਕੀ ਜਿਹੜੇ ਨੀਵੀਂ ਜਾਤੀ ਵਾਲੇ ਆ ਕਥਾ ਨਹੀਂ ਸੁਣ ਸਕਦੇ? ਮਹਾਰਾਜ ਪੁਰਾਣੇ ਜ਼ਮਾਨੇ ਵਿੱਚ ਜੇ ਕੋਈ ਕਥਾ ਵਿਚਾਰ, ਅੱਬਲ ਤਾਂ ਸੁਣਨ ਨਹੀਂ ਸੀ ਦਿੰਦੇ ਬ੍ਰਾਹਮਣ। ਜੇ ਕੋਈ ਸੁਣਦਾ ਸੀਗਾ ਤੇ ਉਹ ਲੋਕ ਛਿਪ ਕੇ ਵਿਚਾਰਾ ਸੁਣਦਾ ਸੀ। ਜੇ ਕਦੇ ਫੜਿਆ ਜਾਂਦਾ ਸੀਗਾ, ਉਹਦੇ ਕੰਨਾਂ ਵਿੱਚ ਕੱਚ ਢਾਲ ਕੇ ਪਾ ਦਿੰਦੇ ਸੀ ਜਾਂ ਸਿੱਕਾ, ਫਿਰ ਉਹਨੂੰ ਵਿਚਾਰੇ ਨੂੰ ਬੋਲਾ ਕਰ ਦਿੰਦੇ ਸੀਗੇ, ਉਹਨੂੰ ਸੁਣਦਾ ਨਹੀਂ ਸੀਗਾ ਕੁਝ। ਮਹਾਰਾਜ ਕਹਿੰਦੇ ਸਿੱਖੋ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸ੍ਰੇਸ਼ਟ ਧਰਮ। ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜੇ ਕੋਈ ਹੋਰ ਪਾਸੇ ਜਾਊਗਾ, ਉਹਨਾਂ ਦੀ ਮਰਿਆਦਾ ਹੋਰ ਹੋ ਸਕਦੀ, ਪਰ ਗੁਰੂ ਦੀ ਕਥਾ ਕੋਈ ਵੀ ਸੁਣ ਸਕਦਾ ਤੇ ਕੋਈ ਵੀ ਵਿਦਵਾਨ ਕਰ ਸਕਦਾ। ਇਹ ਨਹੀਂ ਕਿ ਇਕੱਲੇ ਬ੍ਰਾਹਮਣ ਹੀ ਉੱਚੀ ਜਾਤੀ ਵਾਲੀ ਕਥਾ ਕਰ ਸਕਦੇ ਆ। ਹਾਂ, ਪੜ੍ਹਿਆ ਲਿਖਿਆ ਵਿਦਵਾਨ ਹੋਵੇ ਕੋਈ ਵੀ ਕਰ ਸਕਦਾ। ਤਾਂ ਹੋਰਾਂ ਧਰਮਾਂ ਦੀ ਮਰਿਆਦਾ ਕੋਈ ਔਰ ਹੋ ਸਕਦੀ ਆ, ਪਰ ਸਿੱਖਾਂ ਦੀ ਧਰਮਾਂ ਦੀ ਮਰਿਆਦਾ, ਸਿੱਖੀਜ਼ਮ ਦੀ ਜਿਹੜੀ ਮਰਿਆਦਾ ਮਹਾਰਾਜ ਨੇ ਦੱਸੀ ਆ ਵੀ ਇਹਦੇ ਵਿੱਚ ਤਾਂ ਭਾਈ ਸ਼ੂਦਰਾਂ ਦੀ ਵੀ ਭਗਤੀ ਹੋਊਗੀ। ਕਲਯੁਗ ਦੇ ਵਿੱਚ ਜਿਹੜੇ ਸ਼ੂਦਰ ਆ, ਇਹਨਾਂ ਵਿੱਚ ਭਗਤੀ ਹੋਊਗੀ। ਜਿਹੜੇ ਬ੍ਰਾਹਮਣ ਆ, ਸ਼ੂਦਰਾਂ ਦੇ ਝੂਠੇ ਭਾਂਡੇ ਮਾਂਜਣਗੇ। ਦੇਖੋ ਭਵਿੱਖਬਾਣੀ ਦੇ ਸ਼ਬਦ ਵੀ ਆ ਗਏ ਇਹਦੇ ਵਿੱਚ। ਜਿਹੜੇ ਨੀਵੀਆਂ ਜਾਤਾਂ ਵਾਲੇ ਆ ਉਹ ਸਰਦਾਰ ਬਣ ਜਾਣਗੇ, ਉੱਚੀਆਂ ਜਾਤਾਂ ਵਾਲੇ ਕਲਯੁਗ ਦੇ ਵਿੱਚ ਇਹਨਾਂ ਦੇ ਭਾਂਡੇ ਮਾਂਜਣਗੇ। ਅੱਜ ਇਹਨਾਂ ਨੂੰ ਨੀਵੀਆਂ ਜਾਤਾਂ ਵਾਲੇ ਕਹਿੰਦੇ ਸੀਗੇ, ਗਰੀਬ ਘਰ ਦੇ, ਉਹ ਜੱਜ ਬਣ ਗਏ। ਅੱਜ
ਥੋੜ੍ਹੇ ਦਿਨ ਪਹਿਲਾਂ ਦੀਆਂ ਖਬਰਾਂ ਤੁਸੀਂ ਸੁਣੀਆਂ ਹੋਣੀਆਂ, ਕੁਝ ਗਰੀਬ ਘਰ ਦੀਆਂ ਬੱਚੀਆਂ ਜਿਨ੍ਹਾਂ ਨੂੰ ਆਪਾਂ ਨੀਵੀਂ ਜਾਤੀ ਵਾਲੇ ਆਖਦੇ ਹਾਂ, ਪਰ ਗੁਰੂ ਲਈ ਕੋਈ ਨੀਵੀਂ ਜਾਤ ਨਹੀਂ ਹੁੰਦੀ, ਤਾਂ ਉਹ ਭਾਈ ਉੱਚੀ ਪਦਵੀ ਉਹਨਾਂ ਨੇ ਪਾਈ ਆ, ਫੈਸਲੇ ਕਰਨਗੇ। ਕਲਯੁੱਗ ਦੇ ਵਿੱਚ ਮਹਾਰਾਜ ਕਹਿੰਦੇ ਸਿੱਖੋ, ਵੈਸ਼ਾਂ ਸ਼ੂਦਰਾਂ ਵਿੱਚ ਭਗਤੀ ਹੋਵੇਗੀ, ਬ੍ਰਾਹਮਣ ਸ਼ੂਦਰਾਂ ਦੇ ਜੂਠੇ ਭਾਂਡੇ ਮਾਂਜਣਗੇ, ਇੱਥੋਂ ਤੱਕ ਹਾਲਾਤ ਬਣ ਜਾਣਗੇ। ਕਲਯੁੱਗ ਦੇ ਵਿੱਚ ਆਪਣੇ ਕਰਮ ਧਰਮ ਨੂੰ ਤਿਆਗ ਦੇਣਗੇ। ਕਲਯੁੱਗ ਵਿੱਚ ਬ੍ਰਾਹਮਣਾਂ ਦਾ ਪ੍ਰਤਾਪ ਘਟ ਜੂਗਾ। ਬਹੁਤ ਕਰ ਲਈਆਂ ਮਨਾਈਆਂ ਇਹਨਾਂ ਨੇ, ਬੜੇ ਸਿੱਕੇ ਗਰੀਬਾਂ ਦੇ ਕੰਨਾਂ 'ਚ ਪਾ ਪਾ ਕੇ ਢਾਲ ਤੇ ਵਿਚਾਰਿਆਂ ਦੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਹ ਚੱਲੂਗਾ। ਇਹਨਾਂ ਦੀ ਕਲਿਆਣ ਤਾਂ ਗੁਰੂ ਜੀ ਨੇ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂ ਘਰ ਦੀਆਂ ਕਥਾ ਕੀਰਤਨ ਦੀ ਜਿਹੜੀ ਮਰਿਆਦਾ, ਇਹ ਮਰਿਆਦਾ ਦੇ ਵਿੱਚ ਰਹਿ ਕੇ ਬੰਦੇ ਦਾ ਕਲਿਆਣ ਹੋਊਗਾ। ਭਰੋਸਾ ਗੁਰੂ ਜੀ ਪਰ ਰੱਖੋ, ਨਿਸ਼ਚਾ ਕਰੋ ਤੇ ਤੁਹਾਡੀ ਗਤੀ ਹੋਵੇਗੀ। ਨਿਸ਼ਚਾ ਨਹੀਂ ਰੱਖੋਗੇ ਤੇ ਗਤੀ ਕਿਵੇਂ ਹੋਵੇਗੀ? ਇਸ ਤਰ੍ਹਾਂ ਹੀ ਗੁਰੂ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਫਿਰ ਉਹ ਚੀਜ਼ਾਂ ਦਸੀਆਂ ਕਿ ਕਲਯੁੱਗ ਦੇ ਵਿੱਚ ਭਾਈ ਕੀ ਕੀ ਚੀਜ਼ਾਂ ਹੋਣੀਆਂ, ਕੀ ਕੀ ਨਹੀਂ ਹੋਣੀਆਂ। ਹੁਣ ਕਲਯੁੱਗ ਦਾ ਵਰਤਾਰਾ ਹੀ ਇਦਾਂ ਦਾ, ਆਉਣ ਵਾਲੇ ਸਮੇਂ ਦੇ ਵਿੱਚ ਆਤਮ ਹੱਤਿਆ ਦੀ ਗਿਣਤੀ ਵੀ ਵੱਧ ਜੂਗੀ। ਦੇਖੋਗੇ ਤੁਸੀਂ, ਦੇਖੋ ਆਪਣੇ ਆਪ ਨੂੰ ਮਾਰਨਾ ਭਾਵੇਂ ਪਾਪ ਆ, ਬਹੁਤ ਬੁਰੀ ਗੱਲ ਆ ਨਾ। ਆਪਣੇ ਆਪ ਨੂੰ ਮਾਰਨਾ, ਆਪਣੇ ਆਪ ਨੂੰ ਖਤਮ ਕਰਨਾ, ਕਿਸੇ ਦੂਜੇ ਦਾ ਕਤਲ ਕਰਨਾ ਵੀ ਪਾਪ ਆ, ਆਪਣੇ ਆਪ ਦਾ ਵੀ ਕਤਲ ਕਰਨਾ ਪਾਪ ਹੀ ਆ। ਆਪਣੇ ਆਪ ਨੂੰ ਮਾਰ ਲੈਣਾ ਵੀ ਪੁੰਨ ਕਿੱਥੋਂ ਹੋ ਜਾਊਗਾ? ਦੂਜੇ ਨੂੰ ਭੁੱਖਾ ਰੱਖਣਾ ਪਾਪ ਆ, ਆਪਣੇ ਆਪ ਨੂੰ ਭੁੱਖਾ ਰੱਖਣਾ, ਵਰਤ ਕਰਨੇ, ਇਹ ਪੁੰਨ ਕਿੱਥੋਂ ਹੋ ਜਾਊਗਾ? ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਹੋਏ ਰੰਡ। ਹੁਣ ਇੱਕ ਸਾਖੀ ਆਪ ਜੀ ਸੁਣ ਲਓ, ਤੇ ਇਹ ਕਲਯੁੱਗ ਦੇ ਵਿੱਚ ਜੋ ਵੀ ਅੱਗੇ ਹੋਣਾ ਉਹ ਤੁਹਾਨੂੰ ਪਤਾ ਲੱਗ ਜਾਏਗਾ ਭਾਈ ਕਿਵੇਂ ਕੀ ਚੀਜ਼ਾਂ ਨੇ। ਅਕਬਰ ਬਾਦਸ਼ਾਹ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। ਉਹਦੇ ਕੋਲ ਇੱਕ ਜੋਤਸ਼ੀ ਆਇਆ। ਅਕਬਰ ਉਹਨੂੰ ਪੁੱਛਦਾ ਕਿ ਕਿਹੜੇ ਪੁੰਨ ਦੇ ਫਲ ਕਰਕੇ ਮੈਨੂੰ ਇਹ ਰਾਜ ਭਾਗ ਮਿਲਿਆ, ਮੈਨੂੰ ਦੱਸ ਸਕਦਾ ਤੂੰ? ਜੋਤਸ਼ੀ, ਜੋਤਿਸ਼ਕ ਵਿਦਿਆ ਹੈ। ਲੋਕਾਂ ਨੇ ਇਹਦੇ ਨਾਮ ਤੇ ਪਖੰਡ ਚਲਾ ਲਿਆ। ਅੱਜ ਜਣਾ ਖਣਾ ਜੋਤਸ਼ੀ ਬਣਿਆ ਫਿਰਦਾ, ਅਖਬਾਰਾਂ ਦੇ ਵਿੱਚ ਆਪਦੀ ਐਡ ਕਰਾ ਕੇ, ਟੈਲੀਵਿਜ਼ਨ ਤੇ ਚੈਨਲਾਂ ਤੇ ਵੀ ਅਸੀਂ ਜੋਤਸ਼ੀ ਹਾਂ, ਇੱਦਾਂ ਜੋਤਸ਼ੀ ਬਣ ਜਾਂਦੇ ਹੁੰਦੇ ਆ। ਇਹ ਵਿਦਿਆ ਇਹ ਕਿਸੇ ਕੋਲ ਹੁੰਦੀ ਆ। ਇਹ 100 ਦੇ ਵਿੱਚੋਂ ਇੱਕ ਬੰਦਾ ਜਿਹਦੇ ਕੋਲ ਵਿਦਿਆ ਹੁੰਦੀ ਹੈ। ਤੇ ਅੱਜ ਦੇ ਜ਼ਮਾਨੇ 'ਚ ਤਾਂ ਪਖੰਡ ਵਾਲੇ ਆ, ਸਾਰੇ ਘਰ ਘਰ ਜੋਤਸ਼ੀ ਬਣੇ ਫਿਰਦੇ। ਅੱਜ ਤਾਂ ਵੱਡੇ ਸ਼ਹਿਰਾਂ 'ਚ ਦੁਕਾਨਾਂ ਇਹਨਾਂ ਨੇ ਬਕਾਇਦਾ ਖੋਲ੍ਹੀਆਂ। ਅਕਬਰ ਬਾਦਸ਼ਾਹ ਕੋਲ ਜੋਤਸ਼ੀ ਆਇਆ। ਅਕਬਰ ਰਹੋ ਵਿਚਾਰ ਉਹਨੂੰ ਪੁੱਛਦਾ ਕਿ ਕਿਹੜੇ ਪੁੰਨ ਦੇ ਫਲ ਕਰਕੇ ਮੈਨੂੰ ਰਾਜ ਭਾਗ ਮਿਲਿਆ। ਜੋਤਸ਼ੀ ਨੇ ਜੋਤਿਸ਼ ਲਗਾ ਕੇ ਕਿਹਾ, ਹਜੂਰ ਪਿਛਲੇ ਜਨਮ ਦੇ ਵਿੱਚ ਤੁਸੀਂ ਘਾਹੀ ਸੀਗੇ, ਰੰਬੇ ਦੇ ਨਾਲ ਘਾਹ ਖੋਦ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ, ਤੇ ਆਪ ਜੀ ਨੇ ਪਿਛਲੇ ਜਨਮ ਦੇ ਵਿੱਚ ਉਹ ਰੰਬਾ ਤੇ ਤੰਗੜੀ ਕਿਸੇ ਬ੍ਰਾਹਮਣ ਨੂੰ ਦਾਨ ਦੇ ਵਿੱਚ ਦੇ ਦਿੱਤੀ ਆ। ਉਹ ਰੰਬਾ ਜੀ ਦੇ ਨਾਲ ਘਾਹ ਖੋਦਦੇ ਹੁੰਦੇ ਸੀਗੇ, ਤੇ ਉਹ ਜਿਹੜੀ ਤੰਗੜੀ ਆ, ਜਿਹੜੀ ਤੰਗੜੀ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਵੀ ਤੁਸੀਂ ਨਾ ਉਹ ਦੇ ਦਿੱਤੀ ਸੀਗੀ। ਗੁਰੂ ਪਿਆਰਿਓ, ਇਹ ਜ਼ਿਮੀਂਦਾਰ ਦਾ ਇੱਕ ਸੰਦ ਹੁੰਦਾ ਜਿਹਦੇ ਨਾਲ ਕੰਡੇਦਾਰ ਝਾੜ ਖੇਤ ਤੋਂ ਉਠਾਏ ਜਾਂਦੇ ਆ, ਤੇ ਪੈੜ ਵਿੱਚ ਪਾਏ ਗਾਉਣ ਨੂੰ ਉਡਾਉਣ ਦੇ ਕੰਮ ਆਉਂਦਾ ਇਹ। ਪਹਿਲਾਂ ਇਸ ਦੇ 3 ਕੰਡੇ ਹੁੰਦੇ ਸੀਗੇ, ਹੁਣ ਬਹੁਤ ਦੇਖੇ ਜਾਂਦੇ ਆ, 5 ਵੀ ਹੁੰਦੇ ਆ। ਲੈ ਕਿਰਸਾਨ ਮਨੋ ਤੁੰਗਲੀ ਖਲ ਦਾਨਨ ਜੋ ਨਬ ਬੀਚ ਉਡਾਈ। ਤਾਂ ਮਹਾਨ ਕੋਸ਼ ਦੇ ਵਿੱਚ ਇਹਦੇ ਇਹ ਅਰਥ ਲਿਖੇ ਹੋਏ ਆ। ਤੇ ਰੰਬੇ ਦੇ ਨਾਲ ਘਾਹ ਖੋਤ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ। ਰੰਬਾ ਤੇ ਤੰਗਲੀ ਕਿਸੇ ਬ੍ਰਾਹਮਣ ਨੂੰ ਦੇ ਦਿੱਤੀ ਆ। ਉਹ ਪੁੰਨ ਦਾ ਫਲ ਆਪ ਜੀ ਨੂੰ ਇਹ ਰਾਜ ਭਾਗ ਮਿਲ ਗਿਆ। ਬਸ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ। ਪੰਡਿਤ ਜੀ, ਇੰਨਾ ਨਿੱਕਾ ਜਿਹਾ ਦਾਨ ਕਰਕੇ ਬੰਦੇ ਨੂੰ ਕਿਵੇਂ ਰਾਜ ਭਾਗ ਮਿਲ ਸਕਦਾ? ਮੈਂ ਹੈਰਾਨ ਆ ਇਹ ਗੱਲ ਤੋਂ। ਜੋਤਸ਼ੀ ਕਹਿਣ ਲੱਗਾ, ਰਾਜਨ ਸੁਣੋ ਪੂਰੀ ਗੱਲ, ਹਜੇ ਤੁਸੀਂ ਅੱਧੀ ਗੱਲ ਸੁਣੀ ਆ ਨਾ। ਇਹ ਤੀਰਥ ਪਰ ਦਾਨ ਦੇਣ ਦਾ ਫਲ ਆ। ਜਿਸ ਵੇਲੇ ਆਪ ਘਾਹ ਵੇਚ ਰਹੇ ਸੀਗੇ,
ਉਸ ਵੇਲੇ ਕੁਰਕਸ਼ੇਤਰ ਦੇ ਵਿੱਚ ਸੂਰਜ ਗ੍ਰਹਿਣ ਦਾ ਭਾਰੀ ਮੇਲਾ ਲੱਗਾ ਹੋਇਆ ਸੀਗਾ। ਉਸ ਸਮੇਂ ਬਹੁਤ ਲੋਕ ਦਾਨ ਕਰ ਰਹੇ ਸੀਗੇ। ਆਪ ਨੇ ਵੀ ਬ੍ਰਾਹਮਣ ਤੋਂ ਪੁੱਛਿਆ, ਇਹ ਲੋਕ ਸਰਬੰਸ ਦਾਨ ਦੇ ਰਹੇ ਆ, ਇਹਦਾ ਕੀ ਫਲ ਆ? ਉਸ ਸਮੇਂ ਵੀ ਜੋ ਕੁਝ ਕੋਲ ਹੋਵੇ ਬੰਦੇ ਦੇ ਉਹ ਦੇਵੇ। ਬ੍ਰਾਹਮਣ ਕਹਿੰਦਾ ਉਹ ਰਾਜਾ ਬਣਦਾ। ਵੀ ਤੁਹਾਡੇ ਲਈ ਤਾਂ ਉਹੀ ਸਭ ਕੁਝ ਸੀ, ਤੁਹਾਡਾ ਰੰਬਾ ਹੀ ਸਭ ਕੁਝ ਸੀਗਾ, ਤੁਹਾਡਾ ਤਾਂ ਖਜ਼ਾਨਾ ਵੀ ਰੰਬਾ, ਤੰਗਲੀ ਸਾਰਾ ਕੁਝ ਹੀ ਤੁਹਾਡਾ, ਸਾਰਾ ਕੁਝ ਹੀ ਉਹੀ ਸੀਗਾ। ਉਸ ਸਮੇਂ ਤੁਸੀਂ ਵਿਚਾਰਿਆ ਮੇਰਾ ਤੇ ਰੰਬਾ ਤੇ ਤੰਗਲੀ ਮੇਰਾ ਸਰਬੰਸ ਆ, ਜੇਕਰ ਇਸੇ ਵੇਲੇ ਮੈਂ ਦਾਨ ਕਰਦਿਆਂ ਤੇ ਚੰਗਾ। ਉਸੇ ਵੇਲੇ ਇੱਕ ਗਰੀਬ ਬ੍ਰਾਹਮਣ ਗਾਂ ਲਈ ਫਿਰਦਾ ਸੀਗਾ। ਤੁਸੀਂ ਉਹਨੂੰ ਪੁੱਛਿਆ, ਪੰਡਿਤ ਜੀ ਮੇਰੇ ਪਾਸ ਰੰਬਾ ਤੇ ਤੰਗੜੀ ਆ, ਇਹਦਾ ਦਾਨ ਲੈਣਾ ਚਾਹੋ ਤੇ ਲੈ ਸਕਦੇ ਹੋ? ਬ੍ਰਾਹਮਣ ਕਹਿੰਦਾ ਹਾਂਜੀ ਮੈਂ ਲੈ ਲਵਾਂਗਾ, ਘਾਹ ਖੋਦ ਕੇ ਲਿਆਵਾਂਗੇ ਤੇ ਗਾਂ ਨੂੰ ਪਾਇਆ ਕਰੂੰਗਾ। ਉਸ ਵੇਲੇ ਤੁਸੀਂ ਖੁਸ਼ੀ ਖੁਸ਼ੀ ਦਾਨ ਦਿੱਤਾ। ਤੇ ਦੂਜਾ ਕੁਰਕਸ਼ੇਤਰ ਤੀਰਥ, ਉੱਥੇ ਆਪ ਜੀ ਨੇ ਦਾਨ ਦਿੱਤਾ, ਉਹਦਾ ਫਲ ਆਪ ਜੀ ਨੂੰ ਰਾਜ ਭਾਗ ਮਿਲਿਆ। ਬਾਦਸ਼ਾਹ ਜੋਤਸ਼ੀ ਫਿਰ ਇਹ ਦੱਸ ਵੀ ਮੇਰਾ ਜਨਮ ਮੁਸਲਮਾਨਾਂ ਦੇ ਘਰੇ ਕਿਉਂ ਹੋ ਗਿਆ? ਜੋਤਸ਼ੀ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਜਿਸ ਜਗ੍ਹਾ ਤੇ ਖੜ ਕੇ ਆਪ ਜੀ ਨੇ ਦਾਨ ਦਿੱਤਾ ਸੀਗਾ ਉਹ ਜ਼ਮੀਨ ਜਿਹੜੀ ਸੀਗੀ ਉਹ ਪੂਰੀ ਪਵਿੱਤਰ ਨਹੀਂ ਸੀਗੀ, ਕਿਉਂਕਿ ਉਹ ਧਰਤੀ ਹੇਠਾਂ ਮੱਝ ਦਾ ਕਰੰਗ ਦੱਬਿਆ ਹੋਇਆ ਸੀਗਾ ਜਿੱਥੇ ਤੁਸੀਂ ਦਾਨ ਦਿੱਤਾ। ਇਸ ਕਰਕੇ ਮੈਂ ਤਾਂ ਆਪਦੀ ਜੋਤਿਸ਼ ਵਿੱਦਿਆ ਦੇ ਅਨੁਸਾਰ ਦੱਸ ਸਕਦਾ, ਬਾਕੀ ਰੱਬ ਜਾਣਦਾ ਵੀ ਤੁਹਾਡਾ ਜਨਮ ਮੁਸਲਮਾਨਾਂ ਦੇ ਘਰ ਵਿਖੇ ਹੋਇਆ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਯਕੀਨ ਨਹੀਂ ਕੀਤਾ। ਉਸੇ ਵੇਲੇ ਫਿਰ ਜੋਤਸ਼ੀ ਨਾਲ ਗਿਆ, ਬਾਦਸ਼ਾਹ ਨੂੰ ਜਾ ਕੇ ਉਹ ਜਗ੍ਹਾ ਦਿਖਾਈ ਜਿੱਥੇ ਖੜ ਕੇ ਦਾਨ ਦਿੱਤਾ ਸੀਗਾ। ਅਕਬਰ ਬਾਦਸ਼ਾਹ ਨੇ ਮਜ਼ਦੂਰ ਲਾ ਕੇ ਜਗ੍ਹਾ ਪਟਾਈ, ਹੇਠੋਂ ਮੱਝ ਦਾ ਕਰੰਗ ਦੱਬਿਆ ਦੇਖਿਆ। ਉਸ ਵੇਲੇ ਅਕਬਰ ਬਾਦਸ਼ਾਹ ਮੰਨ ਗਿਆ ਵੀ ਠੀਕ ਆ ਇਹ ਗੱਲ। ਤਾਂ ਇਹ ਤਾਂ ਐਵੇਂ ਵੀ ਹੋ ਸਕਦਾ ਵੀ ਪਹਿਲਾਂ ਜੋਤਸ਼ੀ ਦੱਬ ਕੇ ਆ ਜੇ ਉੱਥੇ ਮੱਝ ਦਾ ਕਰੰਗ ਤੇ ਆ ਕੇ ਕਹੇ ਆਓ ਮੈਂ ਤੁਹਾਨੂੰ ਜਗ੍ਹਾ ਦਿਖਾ ਦਿੰਦਾ। ਨਹੀਂ ਯਕੀਨ ਤਾਂ ਬੜੇ ਪਖੰਡ ਚੱਲਦੇ ਆ ਦੁਨੀਆ 'ਚ, ਇੱਕ ਪਖੰਡ ਥੋੜ੍ਹੀ ਆ। ਸੱਚ ਇਹ ਜਿਹੜਾ ਹੈ ਉਹਦੀ ਹੁਣ ਚੱਲਦੀ ਨਹੀਂ, ਕੂੜ ਪ੍ਰਧਾਨ ਫਿਰਿਆ ਫਿਰਦਾ। ਕੂੜ ਬੰਦੇ ਤੁਹਾਨੂੰ ਪ੍ਰਧਾਨ ਦਿਸਣਗੇ। ਕਲਯੁੱਗ ਦੀ ਨਿਸ਼ਾਨੀ ਮੈਂ ਦੱਸ ਰਿਹਾ, ਸਾਰੀਆਂ ਨਿਸ਼ਾਨੀਆਂ ਨੋਟ ਕਰੀ ਚੱਲਿਓ। ਕਲਯੁੱਗ ਦੇ ਵਿੱਚ ਝੂਠ ਬਹੁਤ ਵਧੂਗਾ, ਬਹੁਤ ਜ਼ਿਆਦਾ ਫੁੱਲੂਗਾ, ਬਹੁਤ ਜ਼ਿਆਦਾ ਫਲੂਗਾ, ਰਸ ਭਰ ਜੂਗਾ ਝੂਠ ਵਿੱਚੋਂ। ਸੱਚ ਜਿਹੜਾ ਲੁਕਮਾ ਰਹੂਗਾ। ਕੂੜ ਬੰਦੇ ਪ੍ਰਧਾਨ ਬਣ ਜਾਣਗੇ, ਜਾਂ ਜਿਹੜੇ ਪ੍ਰਧਾਨ ਹਨ ਉਹ ਸਾਰੇ ਹੀ ਮਾੜੇ ਬੰਦੇ ਅਹੁਦਿਆਂ 'ਤੇ ਆ ਜਾਣਗੇ। ਡਾਕਟਰ ਵੀ ਮਾੜੇ ਅੱਜ ਲੋਕਾਂ ਦੇ ਗਲੇ ਵੱਢਦੇ ਆ। 100 ਦੇ ਵਿੱਚੋਂ 2 ਡਾਕਟਰ ਹੀ ਚੰਗੇ ਆ, 2 ਸਿਰਫ, ਬਾਕੀ ਲੋਕਾਂ ਦਾ ਗਲਾ ਵੱਢਦੇ ਆ ਗਰੀਬਾਂ ਦਾ। ਤਾਂ ਮਹਾਰਾਜ ਜੀ ਨੇ ਕਿਹਾ ਭਾਈ ਕਲਯੁੱਗ ਦੀਆਂ ਨਿਸ਼ਾਨੀਆਂ ਇਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਕਲਯੁੱਗ ਦੇ ਵਿੱਚ ਪਖੰਡ ਬੜਾ ਵੱਧ ਜਾਊਗਾ। ਇੱਕ ਫਿਰਕੇ ਦੇ ਵਿੱਚ ਕਈ ਤਰ੍ਹਾਂ ਆ ਜਾਣਗੀਆਂ, ਬਹੁਤ ਚੀਜ਼ਾਂ ਹੋਣਗੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਆਪਾਂ ਕਰਨਾ ਨਹੀਂ ਚਾਹੁੰਦੇ ਪਰ ਕਰਨੀਆਂ ਪੈਣਗੀਆਂ। ਮਜਬੂਰੀ ਆ ਬੰਦੇ ਦੀ, ਤੇ ਬੰਦਾ ਤਾਂ ਸਭ ਕੁਝ ਕਰਨ ਨੂੰ ਤਿਆਰ ਹੋਇਆ ਫਿਰਦਾ ਪੈਸੇ ਦੀ ਖਾਤਰ। ਜਿਹੜੇ ਕਹਿੰਦੇ ਆ ਕਿ ਪੈਸੇ ਕਰਕੇ ਸਾਰਾ ਕੁਝ ਵਿਕ ਜਾਂਦਾ ਬੰਦੇ ਦਾ, ਪੈਸਾ ਹੋਵੇ ਸਭ ਕੁਝ ਖਰੀਦ ਸਕਦੇ ਆ। ਕਿਹੜੀ ਚੀਜ਼ ਆ ਜਿਹੜੀ ਪੈਸੇ ਨਾਲ ਨਹੀਂ ਹੋ ਸਕਦੀ? ਉਹ ਆਪ ਵਿਕਣ ਲਈ ਤਿਆਰ ਹੁੰਦੇ ਆ ਪੈਸੇ ਦੀ ਖਾਤਰ। ਗੁੱਸਾ ਕਿੰਨਾ ਵਧੀ ਜਾਂਦਾ, ਜਨਮ ਤੋਂ ਮਰਨ ਤੱਕ ਗੁੱਸਾ ਸਾਡੇ ਵਿਹਾਰ ਦਾ ਲਾਜ਼ਮੀ ਭਾਗ ਹੁੰਦਾ। ਅੱਜ ਲੋਕ ਨਿੱਕੀ ਜੀ ਗੱਲ ਪਿੱਛੇ ਕਤਲ ਕਰ ਦਿੰਦੇ ਆ। ਗੁੱਸਾ ਇੰਨਾ ਵਧਿਆ ਪਿਆ। ਕੋਈ ਵੀ ਜੀਵ ਜੰਤੂ ਗੁੱਸੇ ਤੋਂ ਮੁਕਤ ਨਹੀਂ। ਗੁੱਸਾ ਮਨੁੱਖ ਦਾ ਇੱਕ ਬੁਨਿਆਦੀ ਪ੍ਰਵਿਰਤੀ ਬਣ ਚੁੱਕੀ ਆ। ਇਹ ਜੀਵਨ ਦਾ ਲਾਜ਼ਮੀ ਭਾਗ ਨਹੀਂ, ਇਹ ਹੁਣ ਜ਼ਰੂਰੀ ਭਾਗ ਵੀ ਬਣ ਗਿਆ। ਇਉਂ ਲੱਗਦਾ ਵੀ ਜਿਵੇਂ ਸਰੀਰ ਦਾ ਅੰਗ ਹੁੰਦਾ। ਕਲਯੁੱਗ ਦੇ ਜਿਹੜੇ ਲੋਕ ਹੋਣਗੇ ਗੁੱਸਾ ਉਹਨਾਂ ਦਾ ਅਹਿਮ ਅੰਗ ਹੋ ਜਾਊਗਾ। ਜਿਵੇਂ ਸਰੀਰ ਦੇ ਅੰਗ ਹੁੰਦੇ ਆ ਨਾ, ਮੱਥਾ, ਹੱਥ, ਉਂਗਲਾਂ ਦੇ ਨਿਸ਼ਾਨ, ਹੱਥਾਂ ਦੇ ਚਿੰਨ੍ਹ, ਇਵੇਂ ਗੁੱਸਾ ਵੀ ਇੱਕ ਲਾਜ਼ਮੀ ਭਾਗ। ਬੰਦਾ ਮੈਂ ਦੀ ਰੰਗ ਵਿੱਚ ਰੰਗਿਆ ਜਾਊ ਕਲਯੁੱਗ ਦੇ ਵਿੱਚ। ਗੁੱਸੇ ਦਾ ਸਰਲ ਸਿੱਧਾ ਸਪਸ਼ਟ ਕਾਰਨ ਇਹ ਹੁੰਦਾ ਵੀ ਸਾਡੀ ਕੋਈ ਲੋੜ ਪੂਰੀ ਨਹੀਂ ਹੋ ਰਹੀ, ਸਾਡੀ ਲੋੜ ਪੂਰੀ ਨਹੀਂ ਹੋ ਰਹੀ। ਕਿਸੇ ਦੀ ਲੋੜ, ਉਦੇਸ਼ ਜਾਂ ਨਿਸ਼ਾਨੇ ਦੀ ਪੂਰਤੀ ਵਿੱਚ ਰੁਕਾਵਟ ਗੁੱਸਾ ਹੀ ਉਪਜਾਉਂਦਾ। ਜਦੋਂ ਕਿਸੇ ਨੂੰ
ਚਾਹੀ ਗੱਲ ਉਹਦੀ ਹੁੰਦੀ ਨਹੀਂ, ਗੁੱਸਾ ਮੋਹਰੀ ਬਣ ਜਾਂਦਾ। ਗਾਲ ਗੁੱਸੇ ਵਿੱਚ ਨਿਕਲਦੀ ਆ, ਹਮੇਸ਼ਾ ਗੁੱਸੇ ਵਿੱਚ ਨਿਕਲਦੀ ਆ। ਨਾਰਾਜ਼ਗੀ, ਉਦਾਸੀ, ਨਿਰਾਸ਼ਤਾ ਆਦਿ ਇਹ ਸਾਰੀਆਂ ਚੀਜ਼ਾਂ ਗੁੱਸੇ ਵਾਲੇ ਬੰਦੇ ਦੇ ਪ੍ਰਤੀਕਰਮ ਹੁੰਦੇ ਆ। ਗੁੱਸੇ ਵਿੱਚੋਂ ਹੀ ਉਦਾਸੀ ਆਉਂਦੀ ਆ, ਨਾਰਾਜ਼ਗੀ ਵੀ, ਨਿਰਾਸ਼ਤਾ ਵੀ ਗੁੱਸੇ 'ਚੋਂ ਹੀ ਪੈਦਾ ਹੁੰਦੀਆਂ। ਵੀ ਜਿਹੜਾ ਬੰਦਾ ਸਾਡੇ ਨਾਲ ਗੁੱਸੇ ਆ ਉਹ ਨਾਰਾਜ਼ ਵੀ ਹੋਊਗਾ, ਜਿਹੜਾ ਬੰਦਾ ਸਾਡੇ ਨਾਲ ਠੀਕ ਆ ਉਹ ਗੱਲਾਂ ਵੀ ਕਰੂਗਾ। ਇਹ ਗੁੱਸਾ ਭਾਈ ਕਲਯੁਗ ਜੀਆਂ ਦੀ ਨਿਸ਼ਾਨੀ ਹੋਈ ਐਵੇਂ ਆ। ਇਕੱਲਿਆਂ ਜਾਂ ਆਪਣੇ ਆਪ ਦੇ ਨਾਲ ਗੁੱਸੇ ਨਹੀਂ ਹੋਇਆ ਜਾ ਸਕਦਾ। ਵੀ ਗੁੱਸੇ ਹੋਣ ਲਈ ਸਾਨੂੰ ਦੂਜਿਆਂ ਦੀ ਲੋੜ ਪੈਂਦੀ ਹੈ। ਜਦੋਂ ਬੰਦੇ ਦਾ ਗੁੱਸਾ ਹੋਵੇ ਉਹ ਕੱਢੇ ਨਾ ਬਾਹਰ, ਅੰਦਰ ਹੀ ਦੱਬੀ ਜਾਵੇ, ਅੰਦਰ ਹੀ ਦੱਬੀ ਜਾਵੇ, ਉਹ ਵੀ ਬੜੀ ਖਤਰਨਾਕ ਚੀਜ਼ ਬਣ ਜਾਂਦੀ ਆ। ਹੌਲੀ ਹੌਲੀ ਸਾਡੇ ਅੰਦਰ ਬੜਾ ਕੁਝ ਇਕੱਠਾ ਹੁੰਦਾ, ਬਹੁਤ ਕੁਝ ਇਕੱਠਾ ਹੁੰਦਾ। ਇੱਕ ਦਿਨ ਪਤਾ ਨਹੀਂ ਲੱਗਦਾ ਵੀ ਕੀ ਹੋ ਗਿਆ। ਇਕੱਲਾ ਹੋ ਕੇ ਬੰਦਾ ਮਾਯੂਸ, ਪਰੇਸ਼ਾਨ, ਦੁਖੀ ਹੁੰਦਾ। ਸ਼ਕਤੀਸ਼ਾਲੀ ਜਿਹੜਾ ਬੰਦਾ ਚੀਜ਼ਾਂ ਭੰਨੂਗਾ, ਬਦਲਾ ਲੈਣ ਬਾਰੇ ਸੋਚੂਗਾ। ਜਿਹੜਾ ਕਮਜ਼ੋਰ ਬੰਦਾ ਉਹਦੀ ਪੇਸ਼ ਨਹੀਂ ਜਾਂਦੀ। ਜਿੱਥੇ ਦੋ ਜਾਂ ਦੋ ਤੋਂ ਵੱਧ ਬੰਦੇ ਹੋਣਗੇ ਉੱਥੇ ਕਦੇ ਨਾ ਕਦੇ ਤਾਂ ਟਕਰਾਓ ਹੋਊਗਾ ਨਾ, ਤੇ ਗੁੱਸਾ ਆਊਗਾ। ਮਨੁੱਖ ਕਈ ਵਾਰ ਇੰਨਾ ਗਰਮ ਨਹੀਂ ਹੁੰਦਾ, ਉਬਲਦਾ ਵੀ ਆ। ਉਬਲਦਾ ਵੀ ਨਹੀਂ, ਸਾੜਦਾ ਵੀ ਆ। ਇਸ ਕਰਕੇ ਭਾਈ ਗੁੱਸਾ ਜਿਹੜਾ ਕਲਯੁਗ ਜੀਆਂ ਦਾ ਇਹ ਇੱਕ ਹਥਿਆਰ ਹੀ ਮੰਨ ਲਓ। ਵੀ ਇਹਨਾਂ ਨੂੰ ਲੱਗਦਾ ਵੀ ਹਥਿਆਰ ਹੀ ਹੈ ਸਾਡਾ ਇਹ, ਤੇ ਇਹ ਹਥਿਆਰ ਬਿਨਾਂ ਸਾਡਾ ਸਰਨਾ ਨਹੀਂ। ਗੁੱਸੇ ਦਾ ਮਰਿਆ ਹੋਇਆ ਸ਼ੁੱਧ ਰੂਪ ਆ ਵੀਰ ਰਸ, ਉਹ ਵਿਕਾਰ ਨਹੀਂ ਹੈਗਾ, ਇਹ ਵੀ ਚੇਤੇ ਰੱਖਿਓ। ਤਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਭਾਈ ਕਲਯੁਗ ਦੇ ਵਿੱਚ ਲੋਕ ਆਤਮ ਹੱਤਿਆਵਾਂ ਵੀ ਵੱਧ ਕਰਨਗੇ। ਗਿਣਤੀ ਵੱਧ ਰਹੀ ਆ, 100 ਸਾਖੀ ਦੇ ਵਿੱਚ ਬਚਨ ਆ। ਕਲਯੁਗ ਦੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਆਮ ਹੀ ਤੁਹਾਨੂੰ ਦੇਖਣ ਨੂੰ ਮਿਲ ਜੂ। ਛੋਟੀ ਛੋਟੀ ਗੱਲ ਤੇ ਰੁੱਸ ਜਾਣਾ, ਗੁੱਸਾ ਹੋ ਜਾਣਾ। ਕਲਯੁਗ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਦਾ ਸੁਭਾਅ ਬਹੁਤਾ ਦਿਖਾਵੇ 'ਚ ਹੀ ਰਹੂਗਾ। ਜੋ ਹੈਗੇ ਆ ਉਹਨੂੰ ਲੁਕਾਉਣਗੇ, ਜੋ ਨਹੀਂ ਹੈਗੇ ਉਹਨੂੰ ਦਿਖਾਉਣਗੇ। ਕਲਯੁਗ ਦੀਆਂ ਨਿਸ਼ਾਨੀਆਂ, ਕਲਯੁਗ ਦੇ ਲੱਛਣ ਇਹ ਮਹਾਰਾਜ ਨੇ ਪ੍ਰਗਟ ਕੀਤੇ। ਗੁਰੂ ਪਿਆਰਿਓ, ਅੱਜ ਕੁਝ ਚੀਜ਼ਾਂ ਜਿਨ੍ਹਾਂ ਦੇ ਉੱਪਰ ਸਾਨੂੰ ਯਕੀਨ ਨਹੀਂ ਆਉਂਦਾ, ਸਮਾਂ ਪਾ ਕੇ ਜਦੋਂ ਸੱਚ ਹੁੰਦੀਆਂ ਉਦੋਂ ਸਾਨੂੰ ਪਤਾ ਲੱਗਦਾ। ਕੁਝ ਸਮਾਂ ਗੱਲਾਂ ਇੱਕ ਸਾਧ ਬਚਨ ਅਟ ਲਾਧਾ। ਪੈਸੇ ਤੋਂ ਬਿਨਾਂ ਲੋਕ ਕਹਿੰਦੇ ਆ ਜੀਵਨ ਅੱਧਾ ਹੀ ਆ। ਪੈਸੇ ਬਿਨਾਂ ਕਹਿੰਦੇ ਖੁਸ਼ੀ ਨਹੀਂ ਮਿਲ ਸਕਦੀ। ਪੈਸਾ ਜਿਹੜਾ ਹੈ, ਜਦੋਂ ਦੀ ਪੈਸੇ ਦੀ ਕਾਢ ਕੱਢੀ ਗਈ ਆ, ਇਹ ਵੱਧਦਾ ਹੀ ਗਿਆ। ਜਦੋਂ ਪੈਸਾ ਬੋਲਦਾ ਸਾਰੇ ਧਿਆਨ ਨਾਲ ਸੁਣਦੇ ਆ। ਜਦੋਂ ਪੈਸਾ ਬੋਲਦਾ ਕੋਈ ਨਹੀਂ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ। ਸਭ ਤੋਂ ਵੱਡੀ ਤੇ ਮੁੱਢਲੀ ਪ੍ਰਸੰਨਤਾ ਪੈਸਾ ਕਮਾਉਣ ਦੀ ਹੁੰਦੀ ਬੰਦੇ ਨੂੰ, ਯਾਦ ਰੱਖਿਓ। ਪਹਿਲਾਂ ਬੰਦਾ ਕਹਿੰਦਾ ਪੈਸਾ ਕਮਾਈਏ ਤੇ ਖੁਸ਼ੀ ਮਿਲੂਗੀ। ਦੂਜੀ ਪ੍ਰਸੰਨਤਾ ਪੈਸਾ ਕੋਲ ਹੋਣ ਦੀ ਹੁੰਦੀ ਹੈ। ਤੀਜੀ ਆਪਦੀ ਮਰਜ਼ੀ ਨਾਲ ਪੈਸਾ ਖਰਚੇ ਬੰਦਾ, ਉਹਦੇ ਵਰਗੀ ਕੋਈ ਖੁਸ਼ੀ ਨਹੀਂ ਹੁੰਦੀ। ਕਲਯੁਗ ਦੇ ਜੀਆਂ ਦੀ ਇਹ ਨਿਸ਼ਾਨੀ ਆ। ਗੁੱਸਾ ਜਿਹੜਾ ਇਹਨਾਂ ਦੇ ਅੰਦਰ ਹਮੇਸ਼ਾ ਹੀ ਹੋਊਗਾ, ਤੇ ਪੈਸੇ ਦੀ ਖਿੱਚ ਵਾਲੀ ਹੋਊਗੀ। ਪੈਸਾ ਤਾਂ ਦੇਖੋ ਸਾਰਿਆਂ ਨੂੰ ਜ਼ਰੂਰੀ ਚਾਹੀਦਾ, ਪੈਸੇ ਬਿਨਾਂ ਤਾਂ ਕੋਈ ਕਾਰਜ ਹੁੰਦਾ ਨਹੀਂ। ਪਰ ਆਮਦਨ ਜਾਂ ਜਦੋਂ ਪੈਸਾ ਵੱਧ ਜਾਂਦਾ ਤੇ ਸੋਚ ਬੰਦੇ ਦੀ ਢਿੱਲੀ ਹੋ ਜਾਂਦੀ ਆ। ਫਿਰ ਵੀ ਬੰਦੇ ਦਾ ਜੀਵਨ ਸੁਖਾਲਾ ਨਹੀਂ, ਗੁੰਝਲਦਾਰੀ ਹੋਈ ਜਾਂਦਾ। ਸੁੱਖ ਵਧੀ ਜਾਂਦੇ ਆ, ਸ਼ਾਂਤੀ ਘਟੀ ਜਾਂਦੀ ਆ, ਭੋਜਨ ਵਧੀ ਜਾਂਦੇ ਆ, ਪੇਟ ਖਰਾਬ ਰਹਿੰਦਾ, ਚੀਜ਼ਾਂ ਆਪਾਂ ਨਵੀਆਂ ਲੈ ਸਕਦੇ ਹਾਂ, ਸਿਹਤ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਪੈਦਾ। ਖਾਣ ਲਈ ਸਭ ਕੁਝ ਹੁੰਦਾ, ਪਰ ਡਾਕਟਰ ਕਹਿੰਦਾ ਵੀ ਸਵਾਦ ਆ ਜਿਹੜੀ ਚੀਜ਼ ਲੱਗਦੀ ਉਹ ਖਾਣੀ ਨਹੀਂ। ਪੈਸੇ ਨਾਲ ਲੋੜਵੰਦ ਭੈਣਾਂ ਭਰਾਵਾਂ ਦੀ ਮਦਦ ਕਰਨ ਦੇ ਅਵਸਰ ਵੱਧ ਜਾਂਦੇ ਆ, ਪਰ ਗਲਤਫਹਿਮੀਆਂ ਵੀ ਵੱਧ ਜਾਂਦੀਆਂ। ਪੈਸੇ ਜਦੋਂ ਬੰਦੇ ਕੋਲ ਆ ਜਾਂਦੇ, ਬੰਦੇ ਦੇ ਦੁਸ਼ਮਣ ਵੀ ਵੱਧ ਜਾਂਦੇ ਆ। ਪੈਸੇ ਦੇ ਜ਼ੋਰ ਨਾਲ ਹੋਰਾਂ ਨਾਲੋਂ ਸਿਆਣੇ ਬਣਨ ਦੀ ਕੋਸ਼ਿਸ਼ ਦੇ ਵਿੱਚ ਲੋਕ ਆਪਦੇ ਸਾਕ ਸੰਬੰਧੀਆਂ ਨਾਲੋਂ ਟੁੱਟ ਜਾਂਦੇ। ਇਸ ਕਰਕੇ ਤੇ ਗੁਰੂ ਪਿਆਰਿਓ, ਤੇ ਕਲਯੁਗ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਤੁਹਾਨੂੰ ਪਤਾ ਹੀ ਆ ਵੀ ਆਪਣੇ ਆਸ-ਪਾਸ ਕੀ ਹੋਈ ਜਾਂਦਾ। ਨਿੱਕੀ ਨਿੱਕੀ ਗੱਲ ਤੇ ਲੜਾਈ ਹੋ ਜਾਣੀ, ਕਤਲ ਹੋ ਜਾਣੇ, ਫਿਰ ਆਤਮ ਹੱਤਿਆਵਾਂ ਦੀ ਗਿਣਤੀ ਵਧੀ ਆ, ਦਿਖਾਵੇ ਵਿੱਚ ਲੋਕ ਪਏ ਆ। ਤਾਂ ਮਹਾਰਾਜ ਕਹਿੰਦੇ ਜੇ ਭਾਈ ਬਚਣਾ ਇਹਨਾਂ ਚੀਜ਼ਾਂ ਤੋਂ, ਜੋ ਹੈਗੇ ਆ ਉਹ ਆਪਦੇ ਆਪ ਨੂੰ ਦਿਖਾਓ, ਮਖੌਟੇ ਉਤਾਰ ਦਿਓ। ਤੁਹਾਡਾ ਚਿਹਰਾ ਬਹੁਤ ਸੁੰਦਰ ਆ,
ਤੁਸੀਂ ਬਹੁਤ ਖੂਬਸੂਰਤ ਹੋ, ਆਪਦੇ ਚਿਹਰੇ ਦਾ ਮਖੌਟਾ ਉਤਾਰ ਕਿਉਂ ਨਹੀਂ ਦਿੰਦੇ? ਦੋਸਤਾਂ ਨੂੰ ਮਿਲਦੇ ਆ ਹੋਰ ਤਰ੍ਹਾਂ ਦਾ ਮਖੌਟਾ, ਮਿੱਤਰਾਂ ਨੂੰ ਮਿਲਦੇ ਉਹਨਾਂ 'ਚ ਬਹਿੰਦੇ ਆ ਹੋਰ ਤਰ੍ਹਾਂ ਦੀ ਗੱਲ ਕਰਦੇ ਆ, ਘਰ 'ਚ ਆਉਂਦੇ ਆ ਹੋਰ ਤਰ੍ਹਾਂ ਦੇ ਮਖੌਟੇ ਆ, ਇਕੱਲੇ ਹੁੰਦੇ ਆ ਜਦੋਂ ਤੇ ਉਦੋਂ ਹੋਰ ਤਰ੍ਹਾਂ ਦੇ ਹੁੰਦੇ ਆ। ਤਾਂ ਸੱਚ ਕੀ ਆ ਬੰਦੇ ਨੂੰ ਪਤਾ ਨਹੀਂ ਲੱਗਦਾ। ਰਾਮਲੀਲਾ ਵਿੱਚ ਰਾਵਣ ਬਣਦੇ ਆ, ਰਾਮਚੰਦਰ ਬਣਦੇ ਆ, ਬੜੇ ਲੋਕ ਕੁਝ ਨਾ ਕੁਝ ਬਣੀ ਜਾਂਦੇ ਆ, ਪਰ ਕਲਯੁਗ ਜੀ ਜਿਹੜੇ ਆ ਇਹਨਾਂ ਦੇ ਚਿਹਰੇ ਪਛਾਣਨੇ ਬੜੇ ਔਖੇ ਆ। ਰਾਮਚੰਦਰ ਨੇ ਤਾਂ ਰਾਵਣ ਨੇ ਬਣ ਕੇ ਜਿਹੜਾ ਉਹ ਬਹਿਰੂਪੀਏ ਬਣਦੇ ਆ, ਉਹਨਾਂ ਦੇ ਤਾਂ ਇੱਕ ਹੀ ਚਿਹਰਾ ਹੁੰਦਾ, ਚਿਹਰੇ ਉੱਪਰ ਇੱਕ ਹੀ ਚਿਹਰਾ। ਕੋਈ ਰਾਵਣ ਬਣੂਗਾ, ਜਿਹੜਾ ਰਾਵਣ ਆ ਉਹ ਰਾਵਣੀ ਆ, ਜਿਹੜਾ ਭੀਖਣ ਆ ਭੀਖਣੀ ਆ, ਜਿਹਨੇ ਲਛਮਣ ਦਾ ਸਰੂਪ ਸਵਾਂਗ ਰਚਾਇਆ ਉਹ ਲਛਮਣੀ ਆ। ਇੱਥੇ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਰਾਵਣ ਆ, ਕਿਹੜਾ ਰਾਮ ਆ, ਕਿਹੜਾ ਲਛਮਣ ਆ। ਇਹ ਵੀ ਇੱਕ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੈ ਏਕ ਓੰਕਾਰਾ। ਇਹ ਤਾਂ ਭਾਈ ਬਾਜੀਗਰ ਨੇ ਬਾਜੀਆਂ ਹੀ ਪਾਈਆਂ ਹੋਈਆਂ। ਇਹ ਹੈ ਕੀ ਆ? ਕਿੰਨੇ ਤਰ੍ਹਾਂ ਦੀ ਦੁਨੀਆ, ਸਾਰੇ ਜਹਾਨਾਂ ਵਿੱਚ ਇਹ ਪਾਤਸ਼ਾਹੀ ਅੱਲਾ ਦੀ ਆ। ਅੱਲਾ ਨੇ ਸਾਰੀ ਦੁਨੀਆ ਦਾ ਖਲਾਰਾ ਪਸਾਰਿਆ। ਏਡੇ ਲੋਕ, ਇੰਨੀ ਦੁਨੀਆ, ਰਾਮ ਦੇ ਰੂਪ ਵਿੱਚ ਰਾਵਣ ਮਿਲੀ ਜਾਂਦੇ। ਇੱਥੇ ਕਈ ਮਿੱਠ ਬੋਲੜੇ ਬਣ ਕੇ ਠੱਗੀ ਜਾਂਦੇ ਆ। ਹੁਣ ਮਿੱਠੇ ਲੋਕਾਂ ਤੋਂ ਵੀ ਡਰ ਲੱਗਣ ਲੱਗ ਗਿਆ, ਕਿਉਂਕਿ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵੈ, ਸ਼ਿਕਾਰੀ ਵੀ ਝੁਕਦਾ ਭਾਈ। ਤਾਂ ਨੀਵਾਂ ਬੰਦਾ ਜਿਹੜਾ ਹੁੰਦਾ, ਲੋਕ ਵੋਟਾਂ ਮੰਗਣ ਆਉਂਦੇ ਆ, ਪਹਿਲਾਂ ਬੜੇ ਝੁਕਦੇ ਆ, ਬਾਅਦ 'ਚ ਮਿਲਣ ਜਾਈਏ ਮਿਲਦੇ ਤੱਕ ਨਹੀਂ, ਬਾਤ ਤੱਕ ਨਹੀਂ ਪੁੱਛਦੇ, ਕਹਿ ਦਿੰਦੇ ਆ ਜਾਓ ਕਹਿ ਦੋ ਘਰੇ ਹੈ ਨਹੀਂ। ਤਾਈ ਰਾਜੇਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਇਹ ਭਾਈ ਸਾਰਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਗਰੀਬਾਂ ਨੂੰ। ਇਹ ਰਲ ਮਿਲ ਕੇ ਚੱਲਦੀ ਹੈ ਚੀਜ਼। ਤਾਂ ਮੈਂ ਆਪ ਜੀ ਨੂੰ ਇਹ ਕਹੂੰਗਾ, ਕਲਯੁਗ ਜਿਹੜੇ ਜੀ ਹਨ ਇਹਨਾਂ ਵਿੱਚ ਗੁੱਸਾ, ਪੈਸੇ ਦੀ ਖਿੱਚ, ਲੋੜ ਸਭ ਨੂੰ ਆ ਪੈਸੇ ਦੀ, ਉਹ ਗੱਲ ਹੋਰ ਆ। ਲੋੜ ਹੋਣੀ ਕੋਈ ਹੋਰ ਗੱਲ ਆ, ਖਿੱਚ ਹੋਣੀ ਕੋਈ, ਲਾਲਚੀ ਹੋਣਾ ਕੋਈ ਹੋਰ ਗੱਲ ਆ। ਕਿਰਤੀ ਤੇ ਲਾਲਚੀ 'ਚ ਫਰਕ ਹੁੰਦਾ ਕਿੰਨਾ, ਜ਼ਮੀਨ ਤੇ ਆਸਮਾਨ ਜਿੰਨਾ। ਕਿਰਤੀ ਤੇ ਲਾਲਚੀ ਵਿੱਚ ਫਰਕ ਆ, ਬਹੁਤ ਡਿਫਰੈਂਸ ਆ ਇਹਨਾਂ ਚੀਜ਼ਾਂ ਵਿੱਚ। ਤਾਂ ਮੈਂ ਆਪ ਜੀ ਨੂੰ ਗੁਰਸਿੱਖ ਪਿਆਰਿਓ, ਇਹ 100 ਸਾਖੀ ਦੇ ਵਿੱਚੋਂ ਕੁਝ ਬਚਨ ਮਹਾਰਾਜ ਜੀ ਦੇ ਸਰਵਣ ਕਰਵਾਏ ਆ। ਮ੍ਰਿਤਕ ਸੰਸਕਾਰ ਤੇ ਪਖੰਡ ਲੋਕ ਕਰਦੇ ਆ, ਉਹ ਜਦੋਂ ਚਿਖਾ ਚਿਣੀ ਜਾਂਦੀ ਆ ਗੱਲਾਂ ਹੀ ਕਰੀ ਜਾਂਦੇ ਆ, ਉਦੋਂ ਵੀ ਲੋਕਾਂ ਨੂੰ ਮੌਤ ਨਹੀਂ ਚੇਤੇ ਹੁੰਦੀ। ਜਿਹਦਾ ਮਰਦਾ, ਜਿਹਦਾ ਮਰਿਆ ਹੁੰਦਾ ਆਪਦਾ ਕੋਈ, ਉਹ ਹੁੰਦਾ ਵਿਰਾਗ ਵਿੱਚ, ਉਹ ਵੀ ਭੋਗ ਤੱਕ ਉਹਦਾ ਵਿਰਾਗ ਵੀ ਉਤਰ ਹੀ ਜਾਂਦਾ। ਫਿਰ ਇਸ ਕਰਕੇ ਭਾਈ, ਜਿਸ ਤਨ ਲਾਗੇ ਸੋਈ ਜਾਣੈ, ਜਿਸ ਤਨ ਲਾਗੇ ਸੋਈ ਜਾਣੈ, ਕੌਣ ਜਾਣੈ ਪੀਰ ਭਰਾਈ। ਜਿਹਦਾ ਮਰਿਆ ਭਾਈ ਉਹਨੂੰ ਦੁੱਖ ਆ, ਦੂਜਿਆਂ ਲਈ ਤਾਂ ਬਸੰਤਰ ਹੀ ਆ। ਇਸ ਕਰਕੇ ਸਾਹਿਲ ਕੇ ਤਮਾਸ਼ਾਈ, ਹਰ ਡੂਬਨੇ ਵਾਲੇ ਪਰ ਅਫਸੋਸ ਤੋਂ ਕਰਤੇ ਹੈ, ਇਮਦਾਦ ਨਹੀਂ ਕਰਤੇ। ਕਲਯੁਗ ਦੇ ਲੋਕਾਂ ਦੀ ਨਿਸ਼ਾਨੀ ਵੱਡੀ ਪਤਾ ਕੀ ਹੈ? ਡੁੱਬਦਿਆਂ ਦਾ ਤਮਾਸ਼ਾ ਵੇਖਦੇ ਆ, ਮਦਦ ਨਹੀਂ ਕਰਦੇ। ਕਿਨਾਰੇ ਤੇ ਖੜੇ ਕਹੀ ਜਾਣਗੇ ਆਓ ਜੀ ਤੁਹਾਡੀ ਮਦਦ ਕਰੀਏ, ਮਦਦ ਕਰੀਏ। ਮਦਦ ਕਰਨ ਦਾ ਬਹਾਨਾ ਹੁੰਦਾ, ਮਦਦ ਨਹੀਂ ਕਰਦੇ। ਤਾਂ ਡੁੱਬਦਿਆਂ ਦਾ ਤਾਂ ਤਮਾਸ਼ਾ ਹੁੰਦਾ। ਦੂਜੇ ਦੇ ਘਰੇ ਲੱਗੀ ਅੱਗ ਬਸੰਤਰ ਹੁੰਦੀ ਆ। ਅੱਗ ਉਦੋਂ ਹੁੰਦੀ ਜਦੋਂ ਆਪਦੇ ਘਰੇ ਲੱਗਦੀ ਆ। ਤਾਂ ਭਾਈ, ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ। ਹੇਮਕੁੰਟ ਪਰਬਤ ਹੈ ਜਹਾਂ, ਸਬਤ ਸ੍ਰਿੰਗ ਸੋਬਤ ਹੈ ਤਹਾਂ। ਗੁਰੂ ਮਹਾਰਾਜ ਨੇ ਇੱਥੇ ਰਹਿ ਕਰ ਪਰਮਾਤਮਾ ਦਾ ਨਾਮ ਜਪਿਆ। ਜਿੱਥੇ ਜਾ ਕੇ ਗੁਰੂਆਂ ਪੀਰਾਂ ਦਾ ਭਾਰਤ ਦੀ ਧਰਤੀ ਤੇ ਆਉਣਾ ਹੋਇਆ, ਅਵਤਾਰ ਹੋਇਆ, ਬੜਾ ਨਾਮ ਜਪਿਆ, ਤਪ ਸਾਧਨਾ ਸਾਧੀ ਆ, ਬੜੀ ਸਿੱਖਿਆ ਦਿੱਤੀ ਆ। ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸਿੱਖੀ, ਸਿੰਘ ਖਾਲਸੇ ਦਾ ਸਰੂਪ ਸਾਨੂੰ ਦਿੱਤਾ। ਤਾਂ ਮਹਾਰਾਜ ਜੀ ਨੇ ਫਿਰ ਮਰਿਆਦਾ ਵੀ ਬਣਾ ਦਿੱਤੀ ਆ। ਕਲਯੁਗ ਦੇ ਲੋਕਾਂ ਦੇ ਨਿਸ਼ਾਨ ਚਿੰਨ੍ਹ ਵੀ ਦੱਸ ਦਿੱਤੇ ਆ। ਆਹ ਚੀਜ਼ਾਂ ਨੂੰ ਤੁਸੀਂ ਪਛਾਣ ਲਓਗੇ, ਧੋਖਾ ਨਹੀਂ ਖਾਓਗੇ ਕਦੇ। ਮਿੱਠਾ ਬੰਦਾ ਹਮੇਸ਼ਾ ਜ਼ਹਿਰੀਲਾ ਹੁੰਦਾ ਕਲਯੁਗ ਵਿੱਚ 90%। ਮੈਂ ਤਾਂ ਕਹੂੰਗਾ ਆਪਦੇ ਤਜਰਬੇ 'ਚੋਂ 99%। ਮਿੱਠਾ ਬੰਦਾ ਜ਼ਹਿਰੀਲਾ ਹੁੰਦਾ। ਇਹਦੇ ਤੇ ਯਕੀਨ ਨਾ ਕਰੋ। ਘਰ ਦੀਆਂ ਗੱਲਾਂ ਬਾਹਰ ਨਾ ਦੱਸੋ। ਬਹੁਤੇ ਲੋਕਾਂ ਨੂੰ ਤੁਹਾਡੀ ਲੰਕਾ ਢਾਹ ਦੇਣਗੇ। ਘਰ ਦੀ ਗੱਲ ਘਰੇ ਨਿਬੇੜੋ। ਪੰਚਾਇਤ ਵਿੱਚ ਵੀ ਨਾ ਹੀ ਲੈ ਕੇ ਜਾਓ, ਹੋ ਸਕੇ ਤਾਂ।
ਤਲਾਕ ਲੈਣਾ ਦੂਰ ਦੀ ਗੱਲ ਆ, ਤਲਾਕ ਦਾ ਨਾਮ ਵੀ ਨਾ ਕਦੇ ਖਿਆਲ 'ਚ ਲਿਆਓ। ਤਲਾਕ ਪਤਾ ਕਿੰਨਾ ਮਾੜਾ ਸ਼ਬਦ ਆ। ਰਿਸ਼ਤੇ ਮਸਾਂ ਬਣਦੇ ਆ, ਰਹਿਮਨ ਧਾਗਾ ਪ੍ਰੇਮ ਕਾ ਮਤ ਤੋਰੋ ਝਟਕਾਏ, ਟੁੱਟੇ ਤੋਂ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਤਾਂ ਇਹ ਭਾਈ ਧਾਗੇ ਵਾਰ-ਵਾਰ ਨਹੀਂ ਜੁੜਦੇ ਰਿਸ਼ਤਿਆਂ ਦੇ, ਇਹਨਾਂ ਚੀਜ਼ਾਂ ਤੋਂ ਦੂਰ ਰਹੀਏ। ਤਾਂ ਕਲਯੁਗੀ ਜੀਵਾਂ ਮਹਾਰਾਜ ਅੱਗੇ ਅਰਦਾਸ ਕਰੀਏ, ਹਮ ਪਾਪੀ ਤੁਮ ਪਾਪ ਖੰਡਨ। ਪਾਪੀ ਬੰਦੇ ਆ, ਤੁਸੀਂ ਪਾਪਾਂ ਨੂੰ ਖੰਡਣ ਵਾਲੇ ਹੋ। ਅੱਜ ਦੇ ਦੀਵਾਂ 'ਚ ਇਤਨੀਆਂ ਹੀ ਵਿਚਾਰਾਂ ਸਨ। ਸੋ ਸਤਿਗੁਰ ਅੱਗੇ ਅਰਦਾਸ ਕਰੋ, ਆਪਣੀਆਂ ਭੁੱਲਾਂ ਜੇ ਹੋਈਆਂ ਬਖਸ਼ਾ ਲਵੋ, ਮਹਾਰਾਜ ਜੀ ਕਿਰਪਾ ਕਰਨਗੇ। ਤਾਂ ਇਹ ਕਲਯੁਗ ਦੇ ਜੀਆਂ ਦੀਆਂ ਨਿਸ਼ਾਨੀਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਵੀ ਜ਼ਿਆਦਾ ਦਿਖ ਸਕਦੀਆਂ, ਇਹ ਤਾਂ ਕੁਝ ਵੀ ਨਹੀਂ ਹਜੇ। ਮਹਾਰਾਜ ਜੀ ਕਿਰਪਾ ਕਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।